Yes, students. So the next thermodynamic quantity that we are going to talk about is heat. So what is heat? Heat is simply a form of energy which is exchanged between system and surroundings. So heat ਕੀ ਹੈ ਬੇਟਾ? It is just a form of energy ਜਿਹੜੀ system ਦੇ surroundings ਵਿੱਚ exchange ਹੋ ਰਹੀ ਹੈ, ਠੀਕ ਹੈ? And it is represented by small q. So now sign of q whenever ਹੀਟ ਇਜ਼ ਗਿਵਨ ਬਾय ਦ ਸਿਸਟਮ। ਜਦੋਂ ਕੋਈ ਸਿਸਟਮ ਹੀਟ ਇਵੋਲਵ ਕਰੇ ਸਰਾਊਂਡਿੰਗਸ ਨੂੰ ਦੇਵੇ ਉਦੋਂ ਉਹਦੀ ਵੈਲਿਊ ਹੋਏਗੀ ਨੈਗੇਟਿਵ। ਐਂਡ ਵੈਨ ਹੀਟ ਇਜ਼ ਗਿਵਨ ਟੂ ਦ ਸਿਸਟਮ, ਜਦੋਂ ਸਿਸਟਮ ਨੂੰ ਹੀਟ ਮਿਲ ਰਹੀ ਆ ਉਦੋਂ ਸਾਡੇ ਕੋਲ ਵੈਲਿਊ ਕੀ ਹੋ ਜੀ? ਪੋਜ਼ਿਟਿਵ, ਠੀਕ ਹੈ? ਸੋ ਤੁਹਾਡਾ ਕੋਈ ਵੀ ਸਿਸਟਮ ਆ, ਠੀਕ ਹੈ, ਸਿਸਟਮ ਸਰਾਊਂਡਿੰਗਸ ਨੂੰ ਹੀਟ ਦੇ ਰਿਹਾ ਦੈਨ ਵੈਲਿਊ ਵਿਲ ਬੀ ਨੈਗੇਟਿਵ। ਲੇਕਿਨ ਜੇ ਸਿਸਟਮ ਨੂੰ ਸਰਾਊਂਡਿੰਗਸ ਤੋਂ ਹੀਟ ਮਿਲ ਰਹੀ ਹੈ ਫਿਰ ਵੈਲਿਊ ਕੀ ਹੋਏਗੀ? ਪੋਜ਼ਿਟਿਵ। Heat is measured in calories. A calorie is defined as the heat ਨੂੰ ਅਸੀਂ measure ਕਰਦੇ ਹਾਂ in terms of calories. So what is calorie? Calorie is defined as the quantity of heat required to raise the temperature of 1 gram of substance through 1 degree Celsius. ਕੋਈ ਵੀ ਸਾਡੇ ਕੋਲ 1 gram substance ਹੈ, ਠੀਕ ਹੈ, ਕੋਈ ਵੀ 1 ਗ੍ਰਾਮ ਸਬਸਟੈਂਸ ਆ, ਇਹਦਾ ਅਸੀਂ ਟੈਂਪਰੇਚਰ ਜਾਣੇ 1 ਡਿਗਰੀ ਸੈਲਸੀਅਸ ਵੱਧ ਜੇ, ਠੀਕ ਹੈ? ਸੋ ਦੂਜੇ ਟੈਂਪਰੇਚਰ ਨਾਲੋਂ ਪਹਿਲੇ ਨਾਲੋਂ 1 ਡਿਗਰੀ ਸੈਲਸੀਅਸ ਟੈਂਪਰੇਚਰ ਵੱਧ ਜੇ, ਕਿੰਨੀ ਅਸੀਂ ਹੀਟ ਬਾਹਰੋਂ ਸਪਲਾਈ ਕਰਾਂਗੇ ਤਾਂ ਕਿ ਇਹਦਾ 1 ਡਿਗਰੀ ਟੈਂਪਰੇਚਰ ਵੱਧ ਜੇ 1 ਗ੍ਰਾਮ ਸਬਸਟੈਂਸ ਦਾ, ਉਹਨੂੰ ਅਸੀਂ ਬੋਲਦੇ ਆ 1 ਕੈਲਰੀ। ਕਲੀਅਰ ਹੈ? ਸੋ ਯੂਨਿਟਸ ਆਫ ਕੈਲਰੀ ਇਨ ਐਸਆਈ ਸਿਸਟਮ ਹੀਟ ਇਜ਼ ਐਕਸਪ੍ਰੈਸਡ ਇਨ ਜਾਊਲ, ਠੀਕ ਹੈ? ਹੀਟ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ ਜਾਊਲਸ ਦੇ ਵਿੱਚ ਇਨ ਟਰਮਸ ਆਫ ਐਸਆਈ ਸਿਸਟਮ, ਠੀਕ ਹੈ? And CGS calorie. So what is the relation between calories and joules? आ सकता है 1 calorie is equal to 4.184 joules and 1 joule is equal to 0.2390 calories. Clear है? सो ਇਹਦੇ ਨਾਲ ਸਾਰੇ ਥਰਮੋਡਾਇਨਮਿਕ ਕੁਆਂਟੀਟੀਜ਼ ਜਿਹੜੀਆਂ ਅਸੀਂ ਪੜ੍ਹੀਆਂ ਫਿਨਿਸ਼ ਹੋ ਗਏ। ਕੀ ਅਸੀਂ ਪੜ੍ਹਿਆ? ਵੀ ਹੈਵ ਟਾਕਡ ਅਬਾਊਟ ਦ ਇੰਟਰਨਲ એનર્ਜੀ, ਵੀ ਹੈਵ ਟਾਕਡ ਅਬਾਊਟ ਦ ਵਰਕ ਡਨ, ਦੈਨ ਵੀ ਟਾਕਡ ਅਬਾਊਟ Q, ਠੀਕ ਹੈ? ਵਰਕ ਡਨ ਦੇ ਵਿੱਚ ਸਾਡਾ ਇੱਕ ਟੌਪਿਕ ਜਿਹੜਾ ਰਹਿ ਜਾਣਾ ਹੈ, ਠੀਕ ਹੈ, ਦੈਟ ਵੀ ਵਿਲ ਡੂ ਲੇਟਰ। So next is we have laws of thermodynamics. So first is we have first law of thermodynamics. So let us see what it states. So first law of thermodynamics states, it is simply the law of conservation of energy. It states that energy can neither be created nor destroyed. It is converted into one form of another. So जो साढ़े कोल law of conservation of energy ਹੁੰਦਾ है, it is the first law of thermodynamics. So means it states that energy can neither be created, ਜਿਹੜੀ energy ਹੈ ਪੂਰੇ ਸਿਸਟਮ ਦੀ, ਯੂਨੀਵਰਸ ਦੀ ਕਹਿ ਸਕਦੇ ਹਾਂ, ਇਹ ਨਾ ਹੀ ਕਦੀ ਆਪਾਂ ਬਣਾ ਸਕਦੇ ਨਾ ਹੀ ਡਿਸਟਰੋਏ ਕਰ ਸਕਦੇ। ਇਟ ਇਜ਼ ਸਿੰਪਲੀ ਇਜ਼ ਕਨਵਰਟਿੰਗ ਇਨਟੂ ਵਨ ਫਰਮ ਟੂ ਅਨਦਰ, ਠੀਕ ਹੈ? ਓਕੇ, ਸੋ ਕੋਈ ਵੀ ਕੈਮੀਕਲ ਰਿਐਕਸ਼ਨ ਹੁੰਦਾ ਵਾ એનર્ਜੀ ਦੀ ਫਾਰਮ ਜਿਹੜੀ ਹੈ ਇੱਕ ਫਾਰਮ ਤੋਂ ਦੂਜੀ ਫਾਰਮ ਵਿੱਚ ਕਨਵਰਟ ਹੋ ਰਹੀ ਹੈ, ਨਾ ਹੀ ਉਹ ਘਟਣੀ ਉਹਦੀ ਵੈਲਿਊ, ਨਾ ਹੀ ਉਹਦੀ ਵੈਲਿਊ ਅਸੀਂ ਵਧਾ ਸਕਦੇ ਹਾਂ, ਠੀਕ ਹੈ? ਜਾਂ ਅਸੀਂ ਕਹਿ ਸਕਦੇ ਹਾਂ ਟੋਟਲ એનર્ਜੀ ਇਸ ਯੂਨੀਵਰਸ ਦੀ ਕੀ ਰਹਿ ਰਹੀ ਆ? ਕੌਨਸਟੈਂਟ। So next we will formulate the mathematical expression for first law of thermodynamics which will be very useful for further studies. So let us start. So basically beta the first law of thermodynamics it is the relation between internal energy U, work done W and Q. So this is the relation between U, W and Q, ठीक है? सो ਇਹਦਾ ਮੈਥਮੈਟੀਕਲ ਫਾਰਮੂਲਾ ਸਾਡੇ ਕੋਲ ਬੇਸਿਕਲੀ ਕੀ ਹੋਏਗਾ? ਇਹਨਾਂ ਤਿੰਨਾਂ ਟਰਮਸ ਦੇ ਵਿੱਚ ਰਿਲੇਸ਼ਨ। ਸੋ ਲੈਟ ਅਸ ਸਟਾਰਟ। ਅਸੀਂ ਕਿੱਦਾਂ ਇਹਨੂੰ ਕਰ ਸਕਦੇ ਹਾਂ? ਅਸੀਂ ਆਲਰੇਡੀ ਪੜ੍ਹ ਚੁੱਕੇ ਬੇਟਾ ਕਿ ਜਿਹੜੀ ਸਿਸਟਮ ਦੀ ਇੰਟਰਨਲ એનર્ਜੀ ਅਸੀਂ ਚੇਂਜ ਕਰ ਸਕਦੇ ਦੋ ਤਰੀਕਿਆਂ ਦੇ ਨਾਲ। ਪਹਿਲਾ ਤਰੀਕਾ ਕੀ ਸੀਗਾ ਕਿ ਅਸੀਂ ਸਿਸਟਮ ਨੂੰ ਹੀਟ ਸਪਲਾਈ ਕਰ ਦਈਏ। ਕੋਈ ਵੀ ਸਾਡੇ ਕੋਲ ਸਿਸਟਮ ਆ, ਮੈਂ ਚਾਹੁੰਦੀ ਮੈਂ ਇਹਦੀ ਇੰਟਰਨਲ એનર્ਜੀ ਚੇਂਜ ਕਰਾਂ, ਮੈਂ ਹੋ ਸਕਦਾ ਉਹ 'ਚੋਂ ਹੀਟ ਸਪਲਾਈ ਕਰਦਾ, ਹੀਟ ਕੱਢਦਾ ਜਾਂ ਸਪਲਾਈ ਕਰਦਾ। ਦੂਜਾ ਤਰੀਕਾ ਕੀ ਹੋ ਸਕਦਾ? ਉੱਤੇ ਵਰਕ ਡਨ ਕਰਕੇ। ਇਹ ਦੋ ਚੀਜ਼ਾਂ ਦੀ ਅਸੀਂ ਗੱਲ ਬਹੁਤ ਵਾਰ ਪਹਿਲਾਂ ਕਰ ਚੁੱਕੇ ਹਾਂ। ਸੋ ਸਪੋਜ਼ ਕਰੋ ਸਾਡੇ ਕੋਲ ਸਿਸਟਮ ਹੈ ਜਿਹਦੀ ਪਹਿਲਾਂ ਸਾਡੇ ਕੋਲ ਇੰਟਰਨਲ એનર્ਜੀ ਇਨੀਸ਼ੀਅਲ ਹੈਗੀ ਹੈ U1। ਹੁਣ ਅਸੀਂ ਕੀ ਕੀਤਾ ਹੈ? ਸਿਸਟਮ ਨੂੰ ਹੀਟ ਸਪਲਾਈ ਕਰਤੀ। ਵੀ ਹੈਵ ਸਪਲਾਈਡ ਹੀਟ ਟੂ ਦਿਸ ਸਿਸਟਮ। ਸੋ ਸਪੋਜ਼ ਕਰੋ ਇਸ ਸਿਸਟਮ ਨੇ Q ਹੀਟ ਜਿਹੜੀ ਐਡ ਅਪ ਕਰ ਲਈ ਆਪਣੇ ਦੇ ਵਿੱਚ। ਸੋ ਇਹਦੀ ਇੰਟਰਨਲ એનર્ਜੀ ਕੀ ਬਣ ਗਈ? U1 + Q। ਹੁਣ ਅਸੀਂ ਇੱਥੇ ਵਰਕ ਡਨ ਕਰਤਾ, ਮਤਲਬ ਹੋ ਸਕਦਾ ਜਿਹੜੀ ਗੈਸ ਉਹ ਐਕਸਪੈਂਡ ਹੋ ਗਈ ਜਾਂ ਕੰਟਰੈਕਟ ਹੋ ਗਈ, ਠੀਕ ਹੈ, ਡਿਪੈਂਡ ਅਪੋਨ ਦਾ ਕੰਡੀਸ਼ਨ। ਵਰਕ ਡਨ ਕਰਨ ਦੇ ਨਾਲ ਉਹਦਾ ਟੋਟਲ ਇੰਟਰਨਲ એનર્ਜੀ ਕੀ ਆ ਜਾਏਗੀ? ਹੁਣ ਉਹਦੀ ਪਹਿਲੇ ਵਾਲੀ ਇੰਟਰਨਲ એનર્ਜੀ ਕਿੰਨੀ ਉਹਨੇ ਹੀਟ ਅਬਜ਼ੌਰਬ ਕੀਤੀ ਐਂਡ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਵਰਕ ਡਨ ਇਜ਼ ਆਲਸੋ ਅ ਫਾਰਮ ਆਫ એનર્ਜੀ। ਦੇਅਰਫੋਰ ਟੋਟਲ ਇੰਟਰਨਲ એનર્ਜੀ ਕੀ ਆ ਜਾਏਗੀ ਉਹਦੀ? U1 Q + W। ਸੋ ਦੇਅਰਫੋਰ ਇਨੀਸ਼ੀਅਲ U1 ਸੀਗੀ, ਟੋਟਲ ਸਾਡੇ ਕੋਲ ਕੀ ਹੈਗੀ ਹੈ? U2। ਪਹਿਲਾਂ ਹੋਈ Q + U1, ਠੀਕ ਹੈ, ਫਿਰ ਕੀ ਹੋ ਗਈ ਸਾਡੇ ਕੋਲ? U2। ਹੁਣ ਫਾਈਨਲ ਇੰਟਰਨਲ એનર્ਜੀ ਕੀ ਹੋ ਗਈ ਸਾਡੇ ਕੋਲ ਇਸ ਸਿਸਟਮ ਦੀ? ਇਹਦੇ ਤੋਂ ਇੱਥੇ ਆਉਣ ਤੋਂ ਇੱਥੇ ਤੱਕ ਇਹਦੀ ਇੰਟਰਨਲ એનર્ਜੀ ਫਾਈਨਲ ਕਾਹਦੇ ਇਕੁਅਲ ਆ ਰਹੀ ਹੈ? U1 + Q + W ਦੇ ਪਹਿਲੀ ਇੰਟਰਨਲ એનર્ਜੀ ਜਿੰਨੀ ਹੀਟ ਅਬਜ਼ੌਰਬ ਕੀਤੀ ਉਹ ਤੇ ਜਿੰਨਾ ਵਰਕ ਡਨ ਹੋਇਆ ਉਹ, ਠੀਕ ਹੈ ਜੀ? ਇੱਥੇ ਤੱਕ ਕਲੀਅਰ ਹੈ? ਇਸ ਤੋਂ ਬਾਅਦ ਸਾਡੇ ਕੋਲ ਕੀ ਹੈ? ਸੋ ਹੁਣ ਸਾਡੇ ਕੋਲ ਆ ਗਿਆ U2 is U1 + Q + W। U1 ਨੂੰ ਅਸੀਂ ਉੱਧਰ ਲੈ ਕੇ ਗਏ Q + W। ਵਟ ਇਜ਼ U2 - U1? ਇਟ ਇਜ਼ ਚੇਂਜ ਇਨ ਇੰਟਰਨਲ એનર્ਜੀ, ਠੀਕ ਹੈ?
ਸੋ ਚੇਂਜ ਇਨ ਇੰਟਰਨਲ એનર્ਜੀ ਇਜ਼ Q plus W। ਸੋ ਇਹਦਾ ਮਤਲਬ ਕਿਸੇ ਵੀ ਸਿਸਟਮ ਦੀ ਜਦੋਂ ਅਸੀਂ ਇੰਟਰਨਲ એનર્ਜੀ ਚੇਂਜ ਕਰਾਂਗੇ, ਕਿੱਦਾਂ ਚੇਂਜ ਕਰਾਂਗੇ, ਜਾਂ ਤੇ ਉਹਨੂੰ ਹੀਟ ਸਪਲਾਈ ਕਰ ਦਾਂਗੇ ਤੇ ਜਾਂ ਉੱਤੇ ਵਰਕ ਡਨ ਕਰ ਦਾਂਗੇ। ਸੋ ਇੰਟਰਨਲ એનર્ਜੀ ਚੇਂਜ ਇਜ਼ ਦ ਸਮ ਆਫ ਦਾ ਹੀਟ એનર્ਜੀ ਪਲਸ ਵਰਕ ਡਨ ਅਪੋਨ ਇਟ। ਕਲੀਅਰ ਹੈ ਜੀ। ਸੋ ਐਜ਼ ਵੀ ਆਲ ਨੋ, ਸੋ ਇੱਕ ਤੇ ਆ ਐਕਸਪ੍ਰੈਸ਼ਨ ਬੇਟਾ ਹੁੰਦਾ ਸਾਡੇ ਕੋਲ ਫਸਟ ਲਾਅ ਥਰਮੋਡਾਇਨਮਿਕਸ ਦਾ, ਲੇਕਿਨ ਜੇ ਅਸੀਂ ਇਹਨੂੰ ਪ੍ਰੈਸ਼ਰ ਜਾਂ ਵੋਲਿਊਮ ਦੀ ਟਰਮਸ 'ਚ ਲਿਖਦੇ ਹਾਂ ਤੇ ਜੇ ਸਾਡੇ ਕੋਲ ਵਰਕ ਆਫ ਐਕਸਪੈਂਸ਼ਨ ਹੋਵੇ ਤਾਂ ਸਾਨੂੰ ਪਤਾ ਇਹਦੀ ਵੈਲਿਊ ਕੀ ਹੁੰਦੀ ਹੈ, -P × ΔV। ਸੋ W ਦੀ ਵੈਲਿਊ ਪੁੱਟ ਕਰ ਦਿਓ, ਜੇ ਵਰਕ ਆਫ ਐਕਸਪੈਂਸ਼ਨ ਅਸੀਂ ਕੀਤਾ ਫਿਰ ਸਾਡੇ ਕੋਲ ਕੀ ਆ ਜਾਏਗਾ -P ΔV। ਠੀਕ ਹੈ। ਸੋ Q ਦੀ ਵੈਲਿਊ ਇੱਥੋਂ ਸਾਡੇ ਕੋਲ ਕੀ ਆ ਗਈ, ਜੇ ਅਸੀਂ ਇਕੱਲੀ ਹੀਟ એનર્ਜੀ ਦੀ ਵੈਲਿਊ ਕੱਢਣੀ ਹੋਵੇ Q ਕੀ ਆ ਗਿਆ ΔU + P ΔV, where ΔU is change in internal energy, ΔV is change in volume whenever gas will expand reversibly or irreversibly। ठीक है। सो कहता दो इंटरस्टिंग फैक्ट साडे इस लॉ तो राइज होंगे। पहला की है, पहला असीं सैकेंड इक्वेशन देखिए, इट इज़ ΔU = Q + W। ठीक है। सो कहता सानू पता वा Q भी स्टेट फंक्शन नहीं है, असीं गल कीती सी पहला स्टार्टिंग ते, क्यों नहीं है ये असीं डिस्कस करांगे पास। W भी स्टेट फंक्शन नहीं है, वर्क डन ये असीं डिस्कस कर चुके हैं। W डिपेंड करता है किहड़ा पाथ फॉलो किया, बहुत बार एग्जाम्पल कंसीडर की असीं लिफ्ट ते स्टेयर्स वाली। सो ये दो ही चीज़ां कहना स्टेट फंक्शन नहीं है, पर इन्हां दा सम इंटरनल एनर्जी असीं कह चुके हैं, इंटरनल एनर्जी इज अ स्टेट फंक्शन, इसकी वैल्यू डिपेंड करेगी इनिशियल ते फाइनल पोजीशन ते। क्लीयर है जी। दूजी कहते एक आइडल गैस की असीं गल कीती सी कि कोई आइडल गैस होवे जो ΔG 0 होएगा तो ΔU भी 0 होएगा, असीं पढ़िया सीगा। ठीक है। सो जे असीं दोवें कंडीशन फिल करिए तो ΔU नूं इत्थे 0 कर दिए तो साडे कोल Q काहदे इक्वल आ जाएगा -W दे। ठीक है। सो इसदा मतलब कि कोई आइडल गैस आ, आइसोथर्मली जो दी आइसोथर्मल कंडीशनस होणगियां, हीट अब्जॉर्ब बाय द सिस्टम इज इक्वल टू कितनी हीट अब्जॉर्ब सिस्टम ने की तो डिपेंड करेगा कितना उत्ते असीं वर्क डन कीता। ठीक है। कितना उन्हें वर्क डन कीता जां असीं उत्ते वर्क डन कीता। ठीक है। सो थर्ड पॉइंट कहता ड्यूरिंग एडियाबैटिक प्रोसैस, सानू पता एडियाबैटिक प्रोसैस के ΔQ सीगा 0 ना, जिहड़ी हीट एनर्जी चेंज नहीं होनी। ठीक है। Q की आना साडे कोल 0, साडे कोल Q 0 आ गया, दैन साडे कोल इत्थे की आ गया 0, फिर मतलब कि वर्क डन साडे कोल फिर एडियाबैटिक होएगा। ठीक है। क्योंकि Q 0 कदों होना, जो गैस की एडियाबैटिक कंडीशन होई दा मतलब कि फिर इंटरनल एनर्जी काहदी इक्वल आऊगी, वर्क ऑफ एडियाबैटिक एक्सपेंशन ऑफ गैस। क्लीयर है जी। सो ये साडे कोल इंटरस्टिंग फैक्ट जिहड़े राइज होए आ फ्रॉम द फस्ट लॉ ऑफ थर्मोडायनमिक्स। तो बेसिकली दो इक्वेशन सीधियां होंदियां ने साडे कोल, आ ते इहनूं तुसीं याद कर लेना एंड लिख भी लेना नोट्स तो देख के। सो नैक्सट असीं हुण कुछ न्यूमैरिकल जिहड़े आ इस लॉज दे नाल रिलेटेड करांगे। यस स्टूडेंट्स, नाउ वी विल स्टार्ट द न्यूमैरिकल सैशन ऑफ थर्मोडायनमिक्स फ्रॉम द प्रदीप बुक। एंड जिन्ना भी असीं हुण तक फॉर्मूले पढ़े आ फस्ट लॉ दे ते वर्क ऑफ एक्सपेंशन वाले, ਉਹਦੇ ਨਾਲ रिलेटेड असीं न्यूमैरिकल करांगे। प्रॉब्लम नंबर 1 बेटा हैगी ਉਹ ਤੁਸੀਂ खुद करोगे, इट इज़ टू ईजी। इसी सैकेंड तो स्टार्ट करन जा रहे हैं। कैलकुलेट द इंटरनल एनर्जी चेंज इन ईच ऑफ द फॉलोइंग केसेस, वी हैव टू फाइंड द इंटरनल एनर्जी चेंज दैट इज ΔU। ओके। सो फर्स्ट केस इज ए सिस्टम absorb 15 किलोजूल ऑफ हीट एंड डज 5 किलोजूल ऑफ वर्क। सो सिस्टम ठीक है, उन्हें की किया बेटा 15 किलोजूल ऑफ हीट जिहड़ी हैगी आ इट हैज़ अब्जॉर्ब। तुसीं पढ़िया सीगा जो कोई सिस्टम हीट अब्जॉर्ब करूगा उत्ते किहड़ा साइन आऊगा, पॉजिटिव। ठीक है। सो एंड वर्क डन उन्हें कितना किया, सिस्टम ने वर्क डन किया सराउंडिंग्स से, इसका मतलब उहदे नाल माइनस का साइन आएगा -5 किलोजूल। ठीक है। क्योंकि उन्होंने क्या वा अब्जॉर्ब कर रहा 15 किलोजूल ऑफ हीट। ठीक है। 15 किलोजूल ऑफ हीट अब्जॉर्ब कर रहा तो असीं पढ़िया जो हीट अब्जॉर्ब करेगा सिस्टम अब्जॉर्ब करेगा 15 किलोजूल आऊगी, लेकिन जो सिस्टम वर्क डन करेगा, वर्क डन दे रहा सानू 5 किलोजूल का, मतलब सिस्टम वर्क डन कर रहा सराउंडिंग के साइन आएगा साडे को माइनस का। ठीक है जी। असीं लभना ΔU फ्रॉम फर्स्ट लॉ वी नो दैट ΔU इज इक्वल्स टू Q + W। Q की वैल्यू की बेटा 15 माइनस का एंड वी हैव हेयर प्लस एंड साडे कोल सॉरी इतने 15 प्लस था, सो साडे कोल वर्क डन किया -5। सो वी हैव 15 - 5 इज इक्वल्स टू 10 किलोजूल। सो वी हैव ΔU इंटरनल एनर्जी चेंज इन फर्स्ट केस कम्स आउट टू बी 10 किलोजूल। क्लीयर है। सो इधर तुसीं सैकेंड पार्ट करोगे 5 किलोजूल ऑफ वर्क इज डन ऑन द सिस्टम। हुण सिस्टम उत्ते वर्क डन होया मतलब पॉजिटिव आएगा साइन। ठीक है। एंड 15 किलोजूल ऑफ हीट इज गिवन आउट ऑफ द सिस्टम, हीट बाहर गई है, नैगेटिव हीट अंदर आई है पॉजिटिव। इस तरह वर्क किया गया वा, नैगेटिव वर्क सिस्टम ने किया तो नैगेटिव सराउंडिंग्स करूगी तो पॉजिटिव। सो उन्होंने रिलेटेड साढ़े को सारे न्यूमैरिकल्स है। क्लीयर जी।
हाँ जी बेटा, now let us move on to the next numerical. So now we have to calculate the work done in each of the following cases. So first is 1 mole of an ideal gas. ਇੱਕ ਮੋਲ ਹੈਗਾ ਆਈਡਲ ਕਿਸੇ ਵੀ ਆਈਡਲ ਗੈਸ ਦਾ, ਠੀਕ ਹੈ। ਉਹਨੂੰ ਅਸੀਂ ਇੱਕ ਬਲਬ ਦੇ ਵਿੱਚ ਪਾਇਆ ਹੋਇਆ ਜਿਹਦੀ ਕਪੈਸਿਟੀ ਹੈਗੀ 10 ਲੀਟਰ, ਠੀਕ ਹੈ। ਸੋ ਮਤਲਬ ਸਪੋਜ਼ ਕਰੋ ਕੋਈ ਵੀ ਸਾਡੇ ਕੋਲ ਇੱਦਾਂ ਦੇ ਬਲਬ ਹੈ, ਠੀਕ ਹੈ। ਸੋ ਕੰਟੇਨਰ ਉਹਦੀ ਕਪੈਸਿਟੀ ਹੈਗੀ 10 ਲੀਟਰ, ਉਹਦੇ ਵਿੱਚ ਅਸੀਂ ਇੱਕ ਮੋਲ ਜਿਹੜੀ ਆਈਡਲ ਗੈਸ ਆ ਉਹ ਐਡ ਕੀਤੀ ਹੋਈ ਹੈ, ਠੀਕ ਹੈ ਜੀ, ਕਲੀਅਰ ਹੈ। ਸੋ ਕਹਿੰਦੇ ਕਿ ਪ੍ਰੈਸ਼ਰ 1 ਬਾਰ ਰੱਖਿਆ ਵਾ, ਅਤੇ ਜਦੋਂ ਉਸ ਗੈਸ ਨੂੰ ਅਸੀਂ ਇੱਕ ਇੱਦਾਂ ਦੇ ਬਲਬ ਵਿੱਚ ਐਂਟਰ ਹੋਣ ਦਿੱਤਾ, ਮਤਲਬ ਹੁਣ ਬਲਬ ਜਿਹੜੀ ਗੈਸ ਉਹ ਟਰਾਂਸਫਰ ਹੋ ਰਹੀ ਹੈ ਇੱਕ ਬਲਬ ਤੋਂ ਦੂਜੇ ਕੰਟੇਨਰ ਦੇ ਵਿੱਚ ਜਿਹਦੀ ਕਪੈਸਿਟੀ 100 ਲੀਟਰ ਹੈ, ਠੀਕ ਹੈ। ਸੋ ਇੱਕ ਮੋਲ ਦੀ ਗੈਸ ਇੰਨੇ ਕੁ ਕੰਟੇਨਰ 'ਚ ਪਈ ਹੈ, ਜਦੋਂ ਵੱਡੇ ਸਾਰੇ ਕੰਟੇਨਰ 'ਚ ਚੱਲ ਜਾਏਗੀ ਓਬਵੀਅਸਲੀ ਗੈਸ ਦੀ ਕੀ ਹੋਏਗੀ ਐਕਸਪੈਂਸ਼ਨ ਵਿਦਾਊਟ ਐਨੀ ਐਕਸਟਰਨਲ ਪ੍ਰੈਸ਼ਰ। ਅਸੀਂ ਕੁਛ ਵੀ ਐਕਸਟਰਨਲ ਪ੍ਰੈਸ਼ਰ ਅਪਲਾਈ ਨਹੀਂ ਕੀਤਾ, ਜਸਟ ਗੈਸ ਇੱਕ ਕੰਟੇਨਰ ਤੋਂ ਇੱਕ ਛੋਟੇ ਕੰਟੇਨਰ ਤੋਂ ਦੂਜੇ ਕੰਟੇਨਰ ਦੇ ਵਿੱਚ ਅਸੀਂ ਸ਼ਿਫਟ ਕਰਾਤੀ ਹੈ, ਕਲੀਅਰ ਜੀ। फ्लो कर गई गैस इधर चल गई, ठीक है। सो असं वर्क डन कैलकुलेट करना। सो एज वी नो वट इज़ वर्क डन, इट इज़ एक्सपेंशन होएगी गैस की, दैट इज़ वाई असं एक्सपेंशन वाला वर्क डन कंसिडर किया माइनस पी एक्सटर्नल इंटू डेल्टा वी। सो एक्सपेंशन हो रही है, ठीक है, अगेंस्ट वैक्यूम। सो कोई भी साढ़े को एक्सटर्नल प्रैशर 0 आ जाएगा, अगेन जो प्रैशर 0 आ गया वर्क डन की आ गया 0, क्लीयर है। वर्क डन 0 आ गया, इतों तक रहन दो, भावें अगे कर लो। एडियाबैटिक प्रोसैस के लिए की होएगा, एडियाबैटिक प्रोसैस होएगी तो हीट ट्रांसफर भी की होएगी 0, ठीक है जी। हीट ट्रांसफर 0 होगी, चेंज इन इंटरनल एनर्जी भी की आ गया साढ़े को 0, क्योंकि साढ़े को W भी 0 आ गया, Q भी 0 आ रहा है एडियाबैटिक प्रोसैस लिए, फिर चेंज इन इंटरनल एनर्जी क्या आ जाएगा 0, क्लीयर। दूजा हैगा साढ़े को 1 mole of gas is allowed to expand from a वॉल्यूम ऑफ 1 लीटर इंटू वॉल्यूम ऑफ 5 लीटर। सो गैस एक्सपैंड हुई, वो वॉल्यूम जी आ 1 लीटर तो वो 5 लीटर तक गई अगेंस्ट द कॉन्सटेंट एक्सटर्नल प्रैशर। हम एक्सटर्नल प्रैशर असी दिता, सो सब तो पहले चेंज इन वॉल्यूम क्या है V2 माइनस V1 5 माइनस 1 इज 4, ठीक है। प्रैशर इन्ना है, सो असी वर्क डन कैलकुलेट कर लिया, साढ़े को वर्क डन आ गया -4 लीटर बार, ठीक है जी, क्लीयर। सो बस असी उन्होंने लीटर बार में जाउल च कन्वर्ट कर लिए, 1 लीटर बार के 100 जाउल होंगे सी, कैलकुलेट करके इन्ना आंसर साढ़े को आ गया, क्लीयर। सो इस तरह ही बाकी न्यूमेरिकल्स तुम खुद ट्राई करोगे एंड वी विल डिस्कस द प्रॉब्लम्स दैन, क्लियर।